ਹਾਂਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ। ਆਹ ਸਾਡਾ ਹੈਗਾ ਨਵਾਂ ਚੈਨਲ ਲਰਨਿੰਗ ਐਂਡ, ਠੀਕ ਹੈ ਜੀ। ਇਹਦੇ ਵਿੱਚ ਆਪਾਂ ਹੁਣ ਸੀਰੀਜ਼ ਸਟਾਰਟ ਕਰ ਰਹੇ ਹਾਂ ਨਵੀਂ C++ ਪ੍ਰੋਗਰਾਮਿੰਗ ਦੀ। ਸੋ ਦਿਸ ਇਜ਼ ਦਾ 30 days series, right? And this is today first day, ठीक है। So from the first day we'll go for the 30 days for the C programming language, ठीक ਹੈ ਜੀ। ਇਹ ਮੇਨਲੀ ਹੈਗੀ ਆ ਉਹਨਾਂ ਸਟੂਡੈਂਟਸ ਲਈ ਜਿਹੜੇ PTU ਔਰ PU ਯੂਨੀਵਰਸਿਟੀ ਨੂੰ ਬਿਲੋਂਗ ਕਰਦੇ, ਇਹਨਾਂ ਦੇ ਐਫੀਲੀਏਟਡ ਕਾਲਜਸ ਪੜ੍ਹਦੇ ਪਏ, ਬਿਕੋਜ਼ ਜਿਹੜਾ ਮੈਂ ਕੰਟੈਂਟ ਰੈਡੀ ਕੀਤਾ ਹੋਇਆ ਆ ਉਹ ਇਹਨਾਂ ਨਿਆਣਿਆਂ ਦੇ ਅਕੋਰਡਿੰਗਲੀ ਹੀ ਰੈਡੀ ਕੀਤਾ ਹੋਇਆ। ਸੋ ਐਟ ਦ ਐਂਡ ਆਫ ਦਾ all these 30 day series you will be able to run the programs, understand concept, ਬਹੁਤ ਸਾਰੇ ਜਿਹੜੇ C++ ਨਾਲ ਰਿਲੇਟਡ ਆ, ਐਂਡ apart from it you will be get ready for your vivas, ਠੀਕ ਹੈ। ਸੋ ਉਹਦੀ ਇਨਫੋਰਮੇਸ਼ਨ ਸਾਰੀ ਜਿੰਨੀ ਵੀ ਹੈਗੀ C++ ਦੇ ਵਿੱਚ ਆਪਾਂ ਚਾਹੀਦੀ ਆ ਫਾਈਨਲ ਪੇਪਰਾਂ ਲਈ, ਉਹ ਸਾਰੀ ਇਹਦੇ ਵਿੱਚ ਇਨਕਲੂਡ ਕੀਤੀ। ਸੋ ਨਾਓ ਲੈਟਸ ਗੈਟ ਸਟਾਰਟਡ learn ending C++ programming language. So the first part is introduction. So introduction to the C++, ठीक है जी। So introduction ਵਿੱਚ ਸਾਨੂੰ ਸਭ ਤੋਂ ਪਹਿਲਾਂ ਪਤਾ ਹੋਣਾ ਚਾਹੀਦਾ ਕਿ C++ ਬਣੀ ਹੈ, ਤਾਂ C++ ਬਣੀ ਹੈ ਜੀ from C, ਠੀਕ ਹੈ। ਉਸ ਤੋਂ ਬਾਅਦ ਬਣੀ C++, ਉਸ ਤੋਂ ਬਾਅਦ ਹੁਣ ਇਸ ਤੋਂ ਬਾਅਦ ਫਿਰ ਬਣਦੀ ਹੈ Java ਸਾਡੇ ਕੋਲ, ਉਸ ਤੋਂ ਬਾਅਦ ਬਣਦੀ ਹੈ ASP.NET। ਇਹ ਲੈਂਗੁਏਜ ਦੀ ਸੀਰੀਜ਼ ਹੈ ਜਿਹੜੀ ਤੁਸੀਂ ਪੜ੍ਹੋਗੇ, ਠੀਕ ਹੈ ਜੀ। ਇਟਸ ਮੇਨਲੀ ਫॉर ਦਾ BCA ਸਟੂਡੈਂਟਸ ਲਈ ਆ, BWOC ਲਈ ਆ, BSc ਸਟੂਡੈਂਟਸ ਲਈ ਜਿਹੜੇ ਪੜ੍ਹਦੇ ਪਏ ਆ। C ਨੂੰ ਆਪਾਂ ਸਾਰਿਆਂ ਨੂੰ ਪਤਾ ਹੁੰਦਾ ਕਿ C ਇਜ਼ ਅ ਮਦਰ ਆਫ ਆਲ ਲੈਂਗੁਏਜਸ। ਸੋ ਇਹਦਾ ਮਦਰ ਆਫ ਆਲ ਲੈਂਗੁਏਜਸ ਇਹਨੂੰ ਕਿਹਾ ਜਾਂਦਾ ਕਿਉਂਕਿ ਜਿਹੜੇ ਬੇਸਿਕ ਜਰਨੀ ਆ ਸਟਾਰਟ ਹੋਈ ਸਾਰੀ ਲੈਂਗੁਏਜ ਸੀ ਉਹ C ਤੋਂ ਹੋਈ ਆ। ਐਂਡ ਯੂ ਵਿਲ ਬੀ ਸਰਪ੍ਰਾਈਜ਼ ਟੂ ਨੋ ਦੈਟ ਕਿ ਜਿਹੜੀ C ਆ, ਜਿਹੜਾ ਆਪਾਂ CMD ਯੂਜ਼ ਕਰਦੇ ਕਮਾਂਡ ਪ੍ਰੋਂਪਟ, ਉਹਦੀ ਕੋਡਿੰਗ ਹੀ ਸਾਡੇ ਕੋਲ ਇੱਥੇ C 'ਚ ਹੋਈ ਹੈ। ਦੈਟਸ ਵਾਈ ਕਿ ਉਹਦੇ ਵਿੱਚ ਕਮਾਂਡ ਬੇਸ ਚੱਲਦਾ ਸਾਰਾ ਕੁਛ, ਰਾਈਟ। ਸੋ ਨਾਓ ਲੈਟਸ ਕਮਸ ਟੂ ਦ ਫੀਚਰਸ ਆਫ C++। C++ ਦਾ ਸਭ ਤੋਂ ਵੱਡਾ ਇੱਕ ਫੀਚਰ ਹੈਗਾ ਸਾਡੇ ਕੋਲ ਓਪਸ, ਠੀਕ ਹੈ। ਜੇ ਤੁਹਾਨੂੰ ਟਰਮ ਨਹੀਂ ਕਲੀਅਰ ਦੈਨ ਉਹਨੂੰ ਪਾਰਟਸ ਵਿੱਚ ਬ੍ਰੇਕ ਡਾਊਨ ਕਰਨਾ ਸਟਾਰਟ ਕਰ ਦਿਓ। ਫਸਟ ਪਾਰਟ ਇਜ਼ ਦ ਆਬਜੈਕਟ, ਸੈਕੰਡ ਇਜ਼ ਓਰੀਐਂਟਡ, ਠੀਕ ਹੈ ਜੀ। ਥਰਡ ਇਜ਼ ਪ੍ਰੋਗਰਾਮਿੰਗ ਐਂਡ ਫੋਰਥ ਇਜ਼ ਸਿਸਟਮ, ਠੀਕ ਹੈ। ਸੋ ਫਸਟ ਇਜ਼ ਅ ਸਿਸਟਮ। ਸਿਸਟਮ ਕੀ ਹੈ? ਇੱਕ ਇਨਵਾਇਰਮੈਂਟ ਆ। ਦੂਸਰਾ ਪ੍ਰੋਗਰਾਮਿੰਗ, ਕਿਹੜਾ? ਪ੍ਰੋਗਰਾਮਿੰਗ ਲੈਂਗੁਏਜਸ ਦਾ, ਰਾਈਟ, ਜਿਹੜੀ ਕਿ ਆਬਜੈਕਟਸ ਦੇ ਆਲੇ ਦੁਆਲੇ ਘੁੰਮਦੀ ਰਹਿੰਦੀ ਆ। ਓਰੀਐਂਟਡ ਮੀਨਸ ਓਰੀਐਂਟੇਸ਼ਨ ਰਿਵੋਲਵ ਅਰਾਊਂਡ। ਸੋ ਇਹਨੂੰ ਕਨਸੈਪਟ ਨੂੰ ਸਮਝਣ ਲਈ ਇੱਕ ਸਿੰਪਲ ਐਗਜ਼ਾਮਪਲ ਆ, ਸਨ ਦੇ ਆਲੇ ਦੁਆਲੇ ਕੀ ਘੁੰਮਦੀ ਪਈ ਆ? ਇੱਕ ਅਰਥ, ਠੀਕ ਹੈ ਜੀ। ਸੋ ਇੱਕ ਹੋਰ ਉਹਦੇ ਬਾਹਰ ਪਲੈਨਟ ਇੱਕ ਹੋਰ ਘੁੰਮਦਾ ਪਿਆ, ਠੀਕ ਹੈ, ਅਦਰ ਪਲੈਨਟ। ਸੋ ਇੱਕ ਸਿਸਟਮ ਆ ਜਿਹਦੇ ਵਿੱਚ ਕੀ ਆ, ਇੱਕ ਪਲੈਨਟ ਤੇ ਰਿਵੋਲਵ ਅਰਾਊਂਡ ਬਾਕੀ ਪਲੈਨਟਸ ਘੁੰਮਦੇ ਪਏ ਆ, ਠੀਕ ਹੈ। ਸੋ ਇਹਦੀ ਇੱਕ ਪ੍ਰੋਗਰਾਮਿੰਗ ਦਾ ਆ ਜਿਹਦੇ ਵਿੱਚ ਕੀ ਆ, ਆਬਜੈਕਟ ਦੇ ਆਲੇ ਦੁਆਲੇ ਸਾਰਾ ਪ੍ਰੋਗਰਾਮਿੰਗ ਸਿਸਟਮ ਘੁੰਮਦਾ ਪਿਆ ਆ। ਕਾਹਦੇ ਲਈ? ਟੂ ਕੈਰੀ ਆਊਟ ਪਰਟੀਕੂਲਰ ਟਾਸਕ, ਠੀਕ ਹੈ ਜੀ। ਟੂ ਕੈਰੀ ਆਊਟ ਪਰਟੀਕੂਲਰ ਟਾਸਕ ਜਾਂ ਕੋਈ ਫੰਕਸ਼ਨ ਪਰਫੋਰਮ ਕਰਨ ਲਈ। ਨਾਓ ਲੈਟਸ ਗੈਟ ਬੈਕ ਟੂ ਦ ਫੀਚਰ ਆਫ C++। ਫਾਸਟ ਐਗਜ਼ੀਕਿਊਸ਼ਨ ਸਪੀਡ ਆ, ਦੈਟਸ ਮੀਨ C ਨਾਲੋਂ ਇਹਦੀ ਜਿਹੜੀ ਐਗਜ਼ੀਕਿਊਸ਼ਨ ਸਪੀਡ ਆ ਉਹ ਜ਼ਿਆਦਾ ਫਾਸਟ ਆ। ਪ੍ਰੋਸੀਜਰ ਲੈਂਗੁਏਜ ਵੀ ਸਪੋਰਟ ਕਰਦੀ ਹੈ। ਐਂਡ ਉਪ C ਤੋਂ ਇਹਨੂੰ ਜਿਹੜਾ ਸਪੈਸ਼ਲ ਬਣਾਉਣ ਵਾਲਾ ਫੀਚਰ ਆਹੀ ਆ, ਉਪਸ ਬਣਾਉਂਦਾ ਪਿਆ ਇਹਨੂੰ, ਠੀਕ ਹੈ। ਸੋ ਉਪਸ ਦੇ 4 ਪਾਰਟ ਹੁੰਦੇ ਸਾਡੇ ਕੋਲ ਮੇਨਲੀ, ਅਗਰ ਆਪਾਂ ਲੈ ਕੇ ਚੱਲੀਏ ਤੁਹਾਨੂੰ। ਉਪਸ ਦੇ 4 ਫੀਚਰਸ ਆ ਸਾਡੇ ਕੋਲ। ਫਸਟ ਇਜ਼ ਇਨਹੈਰੀਟੈਂਸ, ਠੀਕ ਹੈ, ਜਿਹਦੇ ਵਿੱਚ ਕੀ ਆ, ਪਾਸ ਔਨ ਕਰਦੇ ਆਪਾਂ ਐਟਰੀਬਿਊਟਸ, ਵੈਲਿਊਜ਼ ਐਂਡ ਫੰਕਸ਼ਨਸ। ਸੈਕੰਡ ਇਜ਼ ਪੋਲੀਮੋਰਫਿਜ਼ਮ। ਥਰਡ ਇਜ਼ abstraction, poly means many forms, abstractions and encapsulation, right? Abstraction and encapsulation ਚ ਕੀ ਹੁੰਦਾ ਆ, ਕਾਫੀ ਕਲੋਜ਼ਲੀ ਰਿਲੇਟਡ ਆ, ਐਂਡ ਦੇਅਰ ਇਜ਼ ਆਈ ਥਿੰਕ ਅ ਨੈਰੋ ਡਿਫਰੈਂਸ। ਇਹਦੇ ਵਿੱਚ ਕੀ ਆਪਾਂ ਜਿੰਨੇ ਵੀ ਡਾਟਾ ਮੈਂਬਰ ਆ, ਮੈਂਬਰ ਮੈਥਡ ਆ, ਉਹਨਾਂ ਨੂੰ ਆਪਾਂ ਹਾਈਡ ਕਰ ਲੈਂਦੇ ਇੱਕ ਯੂਨਿਟ 'ਚ, ਔਰ ਉਨੀ ਚੀਜ਼ ਐਕਸਪੋਜ਼ ਕਰਦੀਆਂ ਯੂਜ਼ਰ ਨੂੰ ਜਿੰਨੀ ਉਹਨੂੰ ਚਾਹੀਦੀ ਹੁੰਦੀ ਆ, ਠੀਕ ਹੈ। ਅਦਰ ਫੀਚਰ ਇਜ਼ ਇਟਸ ਪੋਰਟੇਬਲ, ਮਤਲਬ ਇਟ ਕੈਨ ਰਨ ਔਨ ਨੰਬਰ ਆਫ ਦ ਪਲੇਟਫਾਰਮਸ। So it's standard of libraries, number of libraries are functions available to carry out different tasks. For example, अगर math दे आप simple interest find out करना समझ में math.h header file लगानी पड़ी है, ठीक है। then dos.h करके files header files आप लगा के different functions carry out कर सकते हैं। now next part is setting up the environment. So this is the most important। ਇਹਦੇ ਲਈ ਸਾਡੇ ਕੋਲ ਡੇਵ C++ ਵੀ ਹੈਗੀ ਆ, ਟਰਬੋ C++ ਵੀ ਹੈਗੀ ਆ, Visual Studio, but you need to install the extension of the CO C++ all in compiler। Yes, it's a
ਜਿੱਦਾਂ ਲਾ ਕਿ IDB ਆ ਜਾਂ ਹੋਰ ਕੁਛ ਹੈ, ਮੈਂ IDB ਯੂਜ਼ ਕਰੂੰਗਾ ਇਹਨੂੰ, ਠੀਕ ਹੈ। ਸੋ 2 ਤਰੀਕੇ ਦੇ ਮੋਡ ਹੁੰਦੇ ਸਾਡੇ ਕੋਲ, one is online, other is offline. I would preferably go for the offline, ਠੀਕ ਹੈ, ਕਿਉਂਕਿ ਅਸੀਂ ਵੀ ਟਰਬੋ ਸੀ ਤੋਂ ਸਟਾਰਟ ਕੀਤੀ। ਸੋ ਜਿੰਨੇ ਵੀ ਹੁਣ ਨਵੇਂ ਸਟਾਰਟ ਕਰਨ ਵਾਲੇ ਆ, I would recommend ਕਿ ਸਭ ਤੋਂ ਪਹਿਲਾਂ ਤੁਸੀਂ ਡੇਵ C++ ਔਰ ਟਰਬੋ C++ ਕਰਿਓ, ਬਿਕੋਜ਼ you gonna encounter the more errors, ਠੀਕ ਹੈ। more errors you will encounter, more proficient you will become in your programming language. Okay, now the next is a simple program. ਇਹ ਤੁਹਾਡੇ ਲਈ ਆਪਾਂ ਕੀਤਾ ਹੋਇਆ ਹੈ। ਵੈਸੇ ਇਹਨੂੰ ਪਾਰਟ ਨੂੰ ਸਿੱਧਾ ਸਿੱਧਾ ਆਪਾਂ ਕਰ ਦਿੰਦੇ ਹਾਂ, ਇਹਨੂੰ ਹੈਡਰ ਫਾਈਲ ਲਿਖ ਦਿੰਦੇ ਹਾਂ। ਮੋਸਟ ਆਫ ਨੇ ਇਹਨੂੰ ਹੈਡਰ ਫਾਈਲ ਹੀ ਸਿੰਪਲ ਕਰ ਦਿੰਦੇ, ਠੀਕ ਹੈ। ਇਹ ਹੈਗਾ ਆ ਆਨਲਾਈਨ ਕੰਪਾਈਲਰ ਦਾ ਪ੍ਰੋਗਰਾਮ, ਦੈਟਸ ਵਾਈ ਇੱਥੇ ਆਪਾਂ .h ਨੇ ਇਨਕਲੂਡ ਕੀਤਾ ਗਿਆ। ਅਦਰਵਾਈਜ਼ ਜੇ ਆਪਾਂ ਇਹਨੂੰ ਟਰਬੋ ਸੀ 'ਚ ਕਰਦੇ ਦੈਨ ਆਈ ਹੈਵ ਟੂ ਇਨਕਲੂਡ ਹੇਅਰ ਕੀ ਲਿਖਣਾ ਸੀਗਾ, IO stream.h, ਠੀਕ ਹੈ। ਅੱਛਾ, ਹੁਣ ਇਹਦੇ ਵਿੱਚ ਹੈਡਰ ਫਾਈਲ ਆ, ਇਹ ਕੀ ਇਹਦਾ ਲੋਸ ਇਨਪੁਟ ਐਂਡ ਆਊਟਪੁੱਟਸ। ਹਾਊ, let's break down into the parts. This is a preprocessor, include ਸਾਡੇ ਕੋਲ ਸਟੇਟਮੈਂਟ ਆ ਗਈ। ਔਰ IO stream ਕੀ ਆ, IO stream ਇਹ ਇੱਕ ਆਪਾਂ ਕਹਿ ਲਈ ਹੈਡਰ ਫਾਈਲ ਆ ਜਾਂ ਇੱਕ ਲਾਇਬ੍ਰੇਰੀ ਆ ਜਿਹੜੀ ਦੱਸਦੀ ਹੈ ਅਗਰ ਯੂਜ਼ਰਸ ਤੋਂ ਵੈਲਿਊ ਲੈਣੀ ਹੈ ਤਾਂ ਥਰੂ CN ਫੰਕਸ਼ਨ ਲੈਣੀ ਹੈ ਇੱਦਾਂ, ਔਰ ਅਗਰ ਵੈਲਿਊ ਦੇਣੀ ਆ ਪ੍ਰਿੰਟ ਕਰਵਾਉਣੀ ਦੈਨ ਥਰੂ ਦਿਸ, ਔਰ ਸੈਮੀਕੋਲਨ ਇੰਪੋਰਟੈਂਟ ਆ, ਠੀਕ ਹੈ। ਸੋ ਇਹ ਥਰੂ ਆਊਟ ਦਾ ਪ੍ਰੋਗਰਾਮ ਹੁਣ ਬਾਈ ਡਿਫਾਲਟ ਅੰਡਰਸਟੈਂਡ ਹੋ ਗਿਆ ਕਿ ਅਗਰ ਮੈਂ ਵੈਲਿਊਜ਼ ਲੈਣੀ ਆ ਥਰੂ CIN ਫਰੋਮ ਦ ਯੂਜ਼ਰ ਔਰ COUT ਦੇਣੀ ਹੈ, ਠੀਕ ਹੈ। COUT ਇਹ 2 ਫੰਕਸ਼ਨ ਯੂਜ਼ ਹੋਣੇ ਆ। ਔਰ C 'ਚ ਕੀ ਹੁੰਦਾ ਹੈ, ਜੇ ਇੱਥੇ stdio.h ਹੁੰਦਾ, ਫਿਰ ਇਹ ਕੀ ਹੈਡ ਫਾਈਲ ਦੱਸਦੀ ਹੈ ਸਾਨੂੰ, ਇਹ ਦੱਸਦੀ ਹੈ ਕਿ ਯੂਜ਼ਰ ਤੋਂ ਵੈਲਿਊ ਲੈਣੀ ਹੈ ਥਰੂ scanf ਔਰ printf, ਪ੍ਰਿੰਟ ਕਰਾਉਣੀ ਹੈ ਵੈਲਿਊਜ਼ ਜਾਂ ਦੇਣੀ ਹੈ ਵੈਲਿਊਜ਼, ਠੀਕ ਹੈ। ਸੋ ਇਹ ਹੈਗਾ ਇਹ ਦੈਟ ਵਾਸ ਕੰਸੈਪਟ ਆਫ ਦ C ਐਂਡ ਦਿਸ ਵਾਸ ਕੰਸੈਪਟ ਆਫ C++, ਠੀਕ ਹੈ। using keyword as a namespace, this is the template and this is a standard. so एक ही दस पे अगर मैं इतने स्टेटमेंट नहीं यूज करता, ठीक है, then what gonna happen, I have to use this std scope resolution operator and cout, ठीक है, with every cout or cn, मतलब मैनू std ते scope resolution operator CIN और COUT ਲਈ यूज़ करने पैने अगेन एंड अगेन। सो आ कि इन्ना पार्ट की है, फिर मेरा प्रोग्रामिंग वध जानी आ, ठीक है, कोड वध जाना ते दूजा हैक्टिक हो जाना। इसी चीज़ नूं दोबारा लिखण लई रिमूव करन लई मैं की कीता इत्थे स्टार्टिंग 'च एक बारी स्टैंडर्ड इनपुट आउटपुट ਲਈ यूज़ कर लेना, दैन फिर मैनूं इत्थे हुण आ लगाउण दी लोड़ नहीं। अगर मैं इत्थे आ चीज़ नहीं यूज़ करदा आ वाली, दैन फिर मैनूं इत्थे लिखना पैना सीगा ते std cout, ठीक है। ओके, आ साडे कोल आ गया डाटा टाइप, आ गया साडे कोल मेन फंक्शन। ਇਹਨੂੰ ਆਪਾਂ ਕਹਿੰਦੇ ਹੁਣ ਇੱਥੇ ਰਿਟਰਨ ਟਾਈਪ ਆਫ ਅ ਫੰਕਸ਼ਨ, ਠੀਕ ਹੈ। ਉਹਨੂੰ ਆਪਾਂ ਬਾਅਦ 'ਚ ਡਿਟੇਲ 'ਚ ਕਰਾਂਗੇ ਕੀ ਚੀਜ਼ ਹੁੰਦੀ ਹੈ। ਅੱਛਾ, ਮੇਨ ਫੰਕਸ਼ਨ ਕੀ ਹੈ ਸਾਡੇ ਕੋਲ ਇੱਥੇ, ਦਿਸ ਇਜ਼ ਦਾ ਰਿਜ਼ਰਵਡ ਕੀਵਰਡ। ਇਹ ਕਨਸੈਪਟ ਤੁਸੀਂ ਕੀਤਾ ਹੋਣਾ, ਅਗਰ C ਕੀਤੀ ਹੈ ਤਾਂ ਉਹਦੇ ਵਿੱਚ ਇੱਕ ਟੋਕਨ ਵਾਲਾ ਕਨਸੈਪਟ ਆਉਂਦਾ, ਟੋਕਨ, ਠੀਕ ਹੈ। ਉਹਦੇ ਵਿੱਚ ਇਹ ਚੀਜ਼ ਕੀਤੀ ਹੋਣੀ ਹੈ। ਰਿਜ਼ਰਵ ਕੀਵਰਡ ਕੀ ਹੁੰਦੇ ਆ, ਕੰਪਾਈਲਰ ਦੇ ਵਿੱਚ ਆਲਰੇਡੀ ਇਹਨਾਂ ਦਾ ਪ੍ਰੀ ਡਿਫਾਈਨਡ ਮੀਨਿੰਗ ਹੁੰਦਾ ਅਤੇ ਤੁਸੀਂ ਇਹਨੂੰ can't be used for any other purpose। ਉਹਦਾ ਕੰਪਾਈਲਰ ਨੂੰ ਪਤਾ ਹੁੰਦਾ ਕਿ ਇਹਦਾ ਮੀਨਿੰਗ ਇਹ ਆ ਔਰ ਇਸੇ ਪਰਪਸ ਲਈ ਯੂਜ਼ ਹੁੰਦਾ। ਸੋ ਇਹਦਾ ਮੀਨਿੰਗ ਹੁਣ ਇੱਥੇ ਕੀ ਆ, ਪ੍ਰੋਗਰਾਮ ਗੋਣਾ ਸਟਾਰਟ ਹੇਅਰ। ਸੋ ਇਹਦੇ ਵਿੱਚ ਕੀ ਆ, cout ਆ, ਇਹਦੇ ਵਿੱਚ ਆਪਾਂ ਹੈਲੋ ਵਰਡ ਪ੍ਰਿੰਟ ਕਰਵਾਇਆ, ਦੈਟ ਸ਼ੁੱਡ ਬੀ ਬਿਟਵੀਨ ਇਨਵਰਟਡ ਕੋਮਾਸ ਐਂਡ ਸੈਮੀਕੋਲਨ, ਠੀਕ ਹੈ। ਕੋਈ ਵੀ ਚੀਜ਼ ਜਦੋਂ ਆਪਾਂ cout ਦੇ ਵਿੱਚ ਇਨਵਰਟਡ ਕੋਮਾ ਐਂਡ ਸੈਮੀਕੋਲਨ 'ਚ ਲਿਖਦੇ ਹਾਂ, ਸੋ ਇਟ ਗੋਣਾ ਪ੍ਰਿੰਟ ਐਜ਼ ਏ ਟੈਕਸਟ, ਠੀਕ ਹੈ। ਰਿਟਰਨ 0 ਕੀ ਹੋ, ਕਿਉਂਕਿ ਸਾਡੇ ਕੋਲ ਇੱਥੇ ਰਿਟਰਨ ਟਾਈਪ ਆਈ ਹੋਈ ਆ। ਹੁਣ ਇੱਥੇ ਵਿੱਚ ਇੱਕ ਚੀਜ਼ ਆ ਦੇਖਣ ਵਾਲੀ, ਰਿਟਰਨ ਟਾਈਪ ਆਫ ਅ ਫੰਕਸ਼ਨ, ਠੀਕ ਹੈ। 2 ਤਰੀਕੇ ਦਾ ਹੁੰਦਾ ਹੈ, ਇੱਕ ਤਾਂ ਹੁੰਦਾ ਵਿਦ ਵੈਲਿਊ, ਅਦਰ ਇਜ਼ ਵਿਦਾਊਟ ਵੈਲਿਊ। ਵਿਦ ਵੈਲਿਊ ਵਾਲਾ ਕੁਛ ਵੀ ਹੋ ਸਕਦਾ। ਅਗਰ ਇੰਟੀਗਰ ਵੈਲਿਊ ਰਿਟਰਨ ਹੁੰਦੀ ਹੈ ਦੈਨ ਯੂ ਮਸਟ ਹੈਵ ਟੂ ਪੁੱਟ ਡਾਊਨ ਹੇਅਰ ਇੰਟੀਗਰ ਡਾਟਾ ਟਾਈਪ। ਅਗਰ ਵਿਦਾਊਟ ਵੈਲਿਊ ਆ ਦੈਨ ਆਮ ਗੋਣਾ ਰਾਈਟ ਜਸਟ ਵਾਈਡ। ਹੁਣ ਇਹ ਕੀ ਮੇਰਾ ਮੇਨ ਫੰਕਸ਼ਨ ਆ, ਸੋ ਇੱਥੇ ਮੈਨੂੰ ਕੀ ਆ, ਮੇਨ ਲਗਾਉਣਾ ਪੈਣਾ, ਓਕੇ, ਔਰ ਇਹਨੂੰ ਜਸਟ ਐਜ਼ ਇਟ ਇਜ਼ ਇਨਕਲੋਜ਼ ਕਰ ਦੇਣਾ। ਅੱਛਾ, ਇੰਟ ਮੇਨ ਇਹ ਹੋ ਗਿਆ। ਹੁਣ ਇਹਦੇ ਵਿੱਚ ਕੀ ਹੈ, ਵੈਲਿਊ ਰਿਟਰਨ ਕਰਦੀ ਪਈ ਆ। ਹੁਣ ਇਹਦੇ ਵਿੱਚ ਜ਼ਰੂਰੀ ਨਹੀਂ ਇੱਥੇ 0 ਹੀ ਲਿਖਣਾ, ਮੋਸਟ ਆਫ ਪ੍ਰੋਗਰਾਮਿੰਗ 'ਚ 0 ਲਿਖਿਆ ਹੁੰਦਾ। 0 ਦਾ ਮਤਲਬ ਹੁੰਦਾ ਕਿ ਪ੍ਰੋਗਰਾਮ ਇਜ਼ ਓਕੇ ਐਂਡ ਇਟ ਇਜ਼ ਟੋਟਲੀ ਐਰਰ ਫ੍ਰੀ, ਠੀਕ ਹੈ। ਬਟ ਇਫ ਯੂ ਗੋਨਾ ਰਾਈਟ ਰਿਟਰਨ 1 ਔਰ 2 ਦੈਨ ਇਹ ਗਲਤ ਨਹੀਂ ਹੈਗਾ। ਹਾਂ, 0 ਦੀ ਜਗ੍ਹਾ 'ਤੇ ਆਪਾਂ ਯੂਜ਼ ਕਰ ਸਕਦੇ ਹਾਂ
1 2 3 4 ठीक है, बट ਇਹਦਾ मीनिंग आ स्पैसिफिक, दैट्स इट डिनोट्स अ स्पैसिफिक एरर। सो ये प्रोग्रामर ਨੂੰ ਕਲੀਅਰ ਹੁੰਦਾ ਕਿ ਅਗਰ ਆਪਾਂ ਇੱਥੇ 1 2 3 4 यूज़ कर रहे हैं डिजिट्स कोई भी, मतलब प्रोग्राम अगर नहीं चल रहा तो ਉਹਦਾ ਕਿਹੜਾ एरर आ, सो ਉਹਦਾ ਕੋਡ ਹੁੰਦਾ, ਉਹਨੂੰ ਆਪਾਂ ਇੱਥੇ डिफाइन करते हैं। ठीक है, सो नाउ लैट्स रिकैप्सुलेट द की पॉइंट्स वी हैव। अच्छा ਹੁਣ ਇਹਦੇ ਵਿੱਚ ਕੀ ਆ, प्रोग्राम रन करने ये साढ़े को ऑफलाइन मोड आ प्रोग्राम करने का, और ये है ऑनलाइन मोड। ऑनलाइन मोड का मैंने कितने पता लगे, एक तो डॉट एच नहीं लगा, दूसरा कोनियो डॉट एच यूज़ नहीं होया, राइट, और तीसरा स्टेटमेंट यूज़ की गई थे। ठीक है, सो कोनियो डॉट एच क्यों यूज़ होंगे, साढ़े को एक हैडर फाइल लगाने आप गेट सी एच दैट यूज टू होल्ड द वैल्यू ऑन द स्क्रीन जब तक तुझको बटन क्लिक नहीं करते। दूसरी हैडर फाइल होंगी साढ़े को सॉरी फंक्शन होंगे क्लीयर स्क्रीन, ਇਹ ਕੀ ਹੁੰਦਾ ਆ, ਕਲੀਅਰ ਕਰਨ ਲਈ ਸਕਰੀਨ ਨੂੰ, ਮਤਲਬ ਜਿੰਨੀ ਟਾਈਮ ਤੁਸੀਂ ਪ੍ਰੋਗਰਾਮ ਚਲਾਉਣਾ ਸਕਰੀਨ ਕਲੀਅਰ ਕਰਕੇ ਫਰੈਸ਼ ਲੁੱਕ ਦਿੰਦਾ ਉਹਨੂੰ। ਸੋ ਯੂਜ਼ਿੰਗ ਨੇਮ ਸਪੇਸ ਆਪਾਂ ਕਰ ਚੁੱਕੇ ਹਾਂ ਕਿ ਸਾਨੂੰ ਆਹ ਬਾਰ-ਬਾਰ ਚੀਜ਼ ਨਹੀਂ ਯੂਜ਼ ਕਰਨੀ, ਤਾਂ ਫਿਰ ਸਾਨੂੰ ਆਹ ਇੱਕ ਵਾਰੀ ਆਹ ਯੂਜ਼ ਕਰਨਾ ਪੈਣਾ, ਯੂਜ਼ਿੰਗ ਨੇਮ ਸਪੇਸ ਐਸਟੀ। ਸੋ ਆਹ ਕੀ ਹੈ, ਇੱਥੇ ਮੇਨ ਪ੍ਰੋਗਰਾਮ ਐਗਜ਼ੀਕਿਊਸ਼ਨ ਸਟਾਰਟ ਹੀਅਰ। ਮੋਸਟ ਆਫ ਬੱਚੇ ਕਹਿੰਦੇ ਕਿ ਇੱਥੋਂ ਸਟਾਰਟ ਹੁੰਦਾ, ਇੱਥੋਂ ਪ੍ਰੋਗਰਾਮ ਸਟਾਰਟ ਨਹੀਂ ਹੁੰਦਾ, ਐਗਜ਼ੀਕਿਊਸ਼ਨ ਇੱਥੋਂ ਸਟਾਰਟ ਹੁੰਦੀ, ਪ੍ਰੋਗਰਾਮ ਲਿਖਣਾ ਸਟਾਰਟ ਕਰਦੇ ਆਪਾਂ ਇੱਥੋਂ। ठीक है, ओके, चलो ਹੁਣ इन चीज़ ਨੂੰ थोड़ा प्रैक्टिकली ਆਪਾਂ करके देखिए, राइट, क्योंकि जाते प्रैक्टिकली तुसी चीज़ ਨੂੰ नहीं करके देखते उदों तक ਉਹਦਾ फायदा नहीं हैगा। ठीक है जी, तो प्रैक्टिकली करके देखोगे, सो दैट वुड बी मोर ईजी फॉर यू गाइज टू अंडरस्टैंड दैट टॉपिक। अच्छा ਹੁਣ ਇਹ ऑनलाइन कंपाइलर मैं पहले खोल के रखे हुआ ਸੀਗਾ। ठीक है, कोई भी यूज़ कर सकते हैं, हम यूजिंग द IDP। ओके, अच्छा ਹੁਣ ਇਹਦੇ ਵਿੱਚ लेट्स एक्सप्लेन दिस प्रोग्राम फर्स्ट। आ चीज़ देखो की है, दिस इज़ अ कमेंट। ठीक है, जो भी प्रोग्राम लिखते हैं कमेंटिंग इंक्लूड करनी बहुत ज़्यादा जरूरी है। दिस इज़ द सिंगल लाइन कमेंट। सिंगल कमेंट का मतलब की होंगे, ये कोई भी जो भी है अगर कमेंट पाना कि आप कंपाइलर उन्होंने रन ना करे, इग्नोर करे। ठीक है, और फॉर द रेफरेंस ऑफ द यूज़र। सो इतने मैं सिंगल लाइन कमेंट लिखता, ये इस लाइन जो भी लिखूँगा उन्होंने कमेंट लेके चलूँगा, बट अगर मैं नेक्स्ट लाइन से चल गया उन्हें कमेंट नहीं लेके चलना, उन्हें उन्होंने टैक्स लेके चल पड़ना। ठीक है, और मल्टी लाइन कमेंट का मतलब की होंगे है, 2 स्लैशिज एस्ट्रिक साइन, दैन आई एम गोना राइट द मल्टी लाइन कमेंट, इतने पाता इतने कुछ भी लिखूँगा उन्हें उदों तक चली जाना जब तक यहाँ साइन है। सो दिस इज द मल्टी लाइन कमेंट कितने यूज़ होंगे, जो तुसी 2-3 बंदे प्रोग्राम करते पे हैं बहुत बड़ा। ठीक है, फिर उन्होंने कंपाइल करना, वो साढ़े को कमेंटिंग ना पता लगता कहता प्रोग्राम है की कर रहे हैं। अच्छा हम हैश इंक्लूड आप दस चुके हैं। ठीक है, जो इतने पा दिए हैडर फाइल, सॉरी इतों बंदे पता लग जाना कि हाँ ये हैडर फाइल है। ठीक है, देख के। सो दिस इज़ द मेन एग्जीक्यूशन। ठीक है, राइट। अच्छा हम इतने रिटर्न देखो 0 पाई हुई है। चलो सब तो पहला प्रोग्राम रन करते हैं। ठीक है, रन हो गया। अच्छा हम देखो ये मैं अगर इस चीज़ को हटा देना, दैन की एरर आंदा, प्रॉब्लम आ जानी है, एंड उसी जगह तो मैं यूज़ करता यूजिंग। ठीक है, नेम स्पेस एंड दैन एसटीडी। ठीक है, हुण ये स्पेस जरूर पैनी है। लो जी, हो गया, प्रोग्राम रन हो गया, परफेक्टली फाइन। अच्छा नेक्स्ट स्टेटमेंट देखो ना, ये सी आउट लेके कोई भी चीज़ इन्वर्टेड कोमा विच पा के लास्ट सेमीकोलन कुछ भी लिखी उन्होंने एज ए टैक्स लेंदा है। ठीक है, एज ए टैक्स प्रिंट करता है। लो हुण इत्थे कन्फ्यूजन की है, दोनों कट्ठे टैक्स मैंने पता नहीं लगता पे अलग अलग। सो व्हाट आई एम गोना डू, आई एम गोना राइट हियर ENDL। ठीक है, नाउ ये कहते जो टैक्सट है इन्होंने नैक्सट लाइन की कर दिंदा, मूव कर दिंदा। नाउ लैट्स सी। ठीक है, सो आ है साढ़ा सिंपल प्रोग्राम्स रन करते हैं। अच्छा हम रिटर्न इतने मैं तुहानूं कहा कि 0 बाय डिफॉल्ट होंगे, अगर ये जगह 5 भी लेने कुछ भी लेने और रिटर्न वैल्यू करके प्रोग्राम को एग्जीक्यूट कर दूगा। ठीक है जी, सो दैट वाज द प्रोग्राम्स एंड इस तो अगे साढ़े को की है कनक्लूजन की है कि विद द हेल्प ऑफ मेन फंक्शन और हैडर फाइल आप सीधा प्रोग्राम बना सकते हैं। गॉट इट जी, जो कोई भी क्वेश्चन किस दा होया यू कैन आस्क मी इन द कमेंट। ठीक है जी, एंड चलो मिलते हैं नेक्स्ट पार्ट ऑफ द वीडियो। थैंक यू सो मच।